ਸਤਿ ਸ਼੍ਰੀ ਅਕਾਲ ਜੀ ਸਾਥੀਓ, ਮੈਂ ਤੁਹਾਡਾ ਆਪਣਾ ਜਿੰਦਰੀ ਸਰਪੰਚ ਪ੍ਰਧਾਨ ਯੂਥ ਕਾਂਗਰਸ ਹਲਕਾ ਨਾਭਾ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਹੁਣ ਜੋ ਮਾਹੌਲ ਚੱਲ ਰਿਹਾ ਹੈ ਪੰਜਾਬ ਦਾ, ਆਪਣੀ ਖਾਸ ਕਰ ਕਿਸਾਨੀ ਨੂੰ ਲੈ ਕੇ ਜੋ ਮਾੜਾ ਸਮਾਂ ਆਇਆ, ਤੇ ਮੇਰੀ ਬੇਨਤੀ ਹੈ ਸਭ ਤੋਂ ਪਹਿਲਾਂ ਮੇਰੀ ਲਾਈਵ ਨੂੰ शेयर जरूर करियो, लाइक कर दियो, क्योंकि अपने विचों बहुते अपने साथी नौजवान साथी अजिहे ने जिन्हों के चाहे वह भैणां होण, उन्होंने जो खेती आर्डीनेंस है केंद्र का, उहदे बारे बहुत घट जानकारी है भी है की है असल में विच चीज़। चलो एक चीज़ है भी अपना जो यूथ है वो इकट्ठा हो रहा है, इकट्ठा होके आपदे हक्कां दी लड़ रहा है। पर ना सोशल मीडिया के उपर जिमें अपने कई पत्रकारी भाईचारे वालों पूछे जाते हैं सवाल किसी रैली के विच, जो कि सोशल मीडिया पर काफ़ी ज़्यादा वायरल होंदियां ने चीज़ां कि की है किसान आर्डीनेंस, ये खेती आर्डीनेंस। क्योंकि अज मैं सवेरे भी देख रहा सी, उहदे विच सी कि कई मेरे साथियों नूं पता नहीं सी, पर वो प्रोटेस्ट कर रहे सी। चलो खैर आपां वो गल छड्डीए ते ਆਪਾਂ ਇਹ ਮੁੱਦੇ ਤੇ ਆਈਏ ਕਿ ਹੈਗਾ ਕੀ ਹੈ ਤੇ ਆਪਣੇ ਸਾਥੀਆਂ ਨੂੰ ਪਤਾ ਲੱਗ ਸਕੇ ਲਾਈਵ ਦੇ ਜ਼ਰੀਏ। ਸੋ ਸ਼ੇਅਰ ਜ਼ਰੂਰ ਕਰਿਓ, ਜਿੰਨੀ ਕੁ ਮੈਨੂੰ ਜਾਣਕਾਰੀ ਹੈਗੀ ਹੈ ਮੈਂ ਉਨੀ ਕੁ ਤੁਹਾਡੇ ਨਾਲ ਸਾਂਝੀ ਕਰ ਲੈਣਾ। ਬਾਕੀ ਤੁਸੀਂ ਸਰਚ ਵੀ ਕਰ ਸਕਦੇ ਹੋ, ਕਈ ਵਾਰ ਕੋਈ ਵੱਧ ਘੱਟ ਗੱਲ ਹੁੰਦੀ ਹੈ ਮੈਨੂੰ ਨਾ ਪਤਾ ਹੋਵੇ ਜਾਂ ਤੁਹਾਨੂੰ ਨਾ ਪਤਾ ਹੋਵੇ। ਚਲੋ ਖੈਰ ਉਹ ਆਪਾਂ ਦੇਖਦੇ ਹਾਂ। ਤੇ ਮੇਰੀ ਬੇਨਤੀ ਹੈ ਸਾਰੇ ਸਾਥੀਆਂ ਨੂੰ ਵੀ, ਇੱਕ ਮੈਨੂੰ ਕਾਂਗਰਸੀ ਹੋਣ ਦੇ ਨਾਤੇ ਜਾਂ ਪ੍ਰਧਾਨ ਹੋਣ ਦੇ ਨਾਤੇ ਨਾ ਆਪਾਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨ ਜਥੇਬੰਦੀਆਂ ਦਾ ਸਾਥ ਦਈਏ, ਕਿਸਾਨਾਂ ਦਾ ਸਾਥ ਦਈਏ। ਕਿਉਂਕਿ ਆਪਣਾ ਜੋ ਪੰਜਾਬ ਹੈ ਇਹਦਾ ਮੁੱਖ ਕਿੱਤਾ ਕਿਸਾਨੀ ਹੈ, ਬਚਾਇਆ ਜਾ ਸਕੇ। ਚਲੋ ਹੁਣ ਆਪਾਂ ਆਉਂਦੇ ਹਾਂ ਮੇਨ ਮੁੱਦੇ ਤੇ। ਆਰਡੀਨੈਂਸ ਤੇ ਵੀ ਹੈ ਕੀ ਹੈ, 3 ਆਰਡੀਨੈਂਸ ਨੇ। पहला ऑर्डीनेंस है इन्हां दा किसान उत्पाद व्यापार अते व्यापारक चलो सॉरी जी, थोड़ी जी प्रॉब्लम आ गई सी, नैटवर्क घट गया सी, पता नहीं की होया सी सिस्टम नूं थोड़ा जिहा। ते ਆਪਾਂ ਗੱਲ ਕਰਦੇ ਸੀ ਵੀ ਪਹਿਲਾ ਆਰਡੀਨੈਂਸ ਹੈ ਕੀ ਹੈ। ਪਹਿਲਾ ਆਰਡੀਨੈਂਸ ਦਾ ਨਾਮ ਹੈ ਕਿਸਾਨ ਉਤਪਾਦ ਵਪਾਰ ਐਂਡ ਵਪਾਰਕ ਆਰਡੀਨੈਂਸ 2020। ਇਹਦੇ ਵਿੱਚ ਕੀ ਹੈ, ਜਿਹੜਾ ਕਿਸਾਨ ਹੈ ਉਹ ਆਪਣੀ ਜਿਹੜੀ ਫਸਲ ਹੈ ਉਹ ਸਿੱਧੀ ਵੇਚ ਸਕਦਾ ਕਿਸੇ ਇਨਸਾਨ ਨੂੰ, ਕਿਸੇ ਫਰਮ ਨੂੰ, ਕਿਸੇ ਕੰਪਨੀ ਨੂੰ, ਕਿਸੇ ਨੂੰ ਵੀ ਵੇਚ ਸਕਦਾ ਹੈ ਇੰਡੀਆ ਦੇ ਵਿੱਚ ਕਿਤੇ ਵੀ। ਤੇ ਇਹਦੇ 'ਚ ਜੋ ਕਿ ਆਪਣਾ ਟੈਕਸ ਲੱਗਦਾ ਸੀਗਾ ਲਗਭਗ 8.5%, ਉਹ ਵੀ ਨਹੀਂ ਲੱਗੂਗਾ ਕਿਸਾਨ ਨੂੰ। ਸੁਣਨ 'ਚ ਵਧੀਆ ਲੱਗਦੀ ਹੈ ਗੱਲ, ਪਰ ਇਹਦੇ ਵਿੱਚ ਨੁਕਸਾਨ ਹੈ ਕਿਸਾਨ ਦਾ। ਉਹ ਸਿੱਧੀ ਵੇਚ ਸਕਦਾ ਹੈ ਕਿਸੇ ਫਰਮ ਨੂੰ। ਤੇ ਆਪਣੇ ਇੱਕ ਇਹਦੇ 'ਚ ਹੋਰ ਵੀ ਚੀਜ਼ ਹੈ ਕਿ ਹੁਣ ਇਸ ਤੋਂ ਬਾਅਦ ਜੋ ਫਸਲ ਹੈ ਕਿਸਾਨ ਜਾ ਕੇ ਕਿਸੇ ਵੀ ਸਟੇਟ ਦੇ ਵਿੱਚ ਵੇਚ ਸਕੂਗਾ ਇੰਡੀਆ ਦੇ ਵਿੱਚ, ਜਿੱਥੋਂ ਉਹਨੂੰ ਰੇਟ ਵੱਧ ਮਿਲਦਾ। ਪਰ ਇਹ ਆਰਡੀਨੈਂਸ ਦੇ ਵਿੱਚ ਇੱਕ ਇਹ ਚੀਜ਼ ਦਾ ਇਹ ਨੁਕਸਾਨ ਹੋ ਗਿਆ ਕਿ ਜਿਹੜੀ ਫਰਮ ਨੂੰ ਉਹ ਵੇਚੂਗਾ ਜਾਂ ਵਿਅਕਤੀ ਵਿਸ਼ੇਸ਼ ਨੂੰ ਜਾਂ ਆਪਣੇ ਕਿਸੇ ਵੀ ਉਹਨੂੰ ਕੰਪਨੀ ਨੂੰ ਵੇਚੂਗਾ ਤਾਂ ਕਿਸੇ ਦੇਵੇ ਨਾ ਮਿਲੇ, ਉਹ ਇਸ ਲਈ ਹਾਈ ਕੋਰਟ ਨਹੀਂ ਜਾ ਸਕੂ ਜਾਂ ਕੋਰਟ ਦੇ ਵਿੱਚ ਹੀ ਨਹੀਂ ਜਾ ਸਕੂਗਾ। ਉਹਦੀ ਸੁਣਵਾਈ ਸਿਰਫ ਐਸਡੀਐਮ ਜਾਂ ਡਿਸਟ੍ਰਿਕਟ ਅਥਾਰਟੀ ਤੱਕ ਹੈ। ਕੋਰਟ ਦੇ ਵਿੱਚ ਕਿਸਾਨ ਕੇਸ ਹੀ ਨਹੀਂ ਕਰ ਸਕਦਾ। ਨੰਬਰ 2 ਤੇ ਆੜ੍ਹਤੀਏ ਨੂੰ ਇਹ ਚੀਜ਼ 'ਚੋਂ ਬਾਹਰ ਕੱਢਤਾ। ਆੜ੍ਹਤੀ ਦੇ ਵਿੱਚ ਕੋਈ ਲੈਣ ਦੇਣ ਨਹੀਂ ਹੋਊਗਾ, ਕਿਸਾਨ ਦਾ ਫਰਮ ਨਾਲ ਜਾਂ ਕੰਪਨੀ ਨਾਲ ਸਿੱਧਾ ਲੈਣ ਦੇਣ ਹੋਊਗਾ। ਆੜ੍ਹਤੀਏ ਭਾਈਚਾਰੇ ਨੂੰ ਇਹ ਚੀਜ਼ ਦਾ ਸਭ ਤੋਂ ਵੱਡਾ ਨੁਕਸਾਨ ਹੈ। ਤੇ ਜੇ ਮੰਨ ਲਓ
ਜਿਹੜੀ ਫਰਮ ਨੂੰ ਕਿਸਾਨ ਨੇ ਫਸਲ ਵੇਚੀ ਹੈ, ਜੇ ਉਹ ਫਰਮ ਕਿਸਾਨ ਨਾਲ ਫਰਾਡ ਕਰਨ ਲੱਗ ਜਾਂਦੀ ਹੈ, ਉਹਨੂੰ ਪੈਸੇ ਨਹੀਂ ਦਿੰਦੀ ਜਾਂ ਝਗੜਾ ਕਰਦੀ ਹੈ, ਤਾਂ ਨਾ ਤੁਸੀਂ ਕੋਰਟ ਜਾ ਸਕਦੇ ਹੋ, ਨਾ ਤੁਹਾਡੀ ਸਰਕਾਰ ਕੋਲ ਕੋਈ ਸੁਣਵਾਈ ਹੈ। ਸਿਰਫ ਤੁਸੀਂ SDM ਜਾਂ ਡਿਸਟ੍ਰਿਕਟ ਅਥਾਰਟੀ ਨੂੰ ਕਹਿ ਸਕਦੇ ਹੋ। ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਪਤਾ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਜਾਂ ਸਰਮਾਏਦਾਰ ਨੇ, ਉਹਨਾਂ ਦੇ ਪ੍ਰਸ਼ਾਸਨ ਨਾਲ ਸੰਬੰਧ ਜਿਵੇਂ ਵੀ ਹੈ, ਉਹ ਤੁਹਾਨੂੰ ਪਤਾ ਹੀ ਹੈ ਵੀ ਕਿੱਦਾਂ ਦੇ ਹੁੰਦੇ ਨੇ, ਉਹ ਸਭ ਕੁਝ ਹੋ ਜਾਂਦਾ ਹੈ। ਤੇ ਇਹਦੇ ਵਿੱਚ ਕੀ ਹੈ, ਜੋ ਫਸਲ ਦਾ ਰੇਟ ਹੈ ਉਹ ਸਰਕਾਰ ਨਹੀਂ ਤੈਅ ਕਰੂਗੀ, ਕੰਪਨੀ ਤੈਅ ਕਰੂਗੀ ਕਿ ਅਸੀਂ ਅੰਨਾ ਰੇਟ ਦੇਵਾਂਗੇ। ਤੇ ਜੇ ਤੁਹਾਨੂੰ ਆਪਣੇ ਕਿਸਾਨ ਠੀਕ ਲੱਗੂਗਾ ਤਾਂ ਇਦੋਂ ਵੱਧ ਅਸੀਂ ਨਹੀਂ ਦਿੰਦੇ ਕੁਝ ਵੀ। ਤੇ ਸਭ ਤੋਂ ਜਦੋਂ ਕੰਪਨੀਆਂ ਨੂੰ ਪਤਾ ਲੱਗਿਆ ਕਰੂਗਾ, ਪਤਾ ਹੀ ਹੁੰਦਾ ਆਪਾਂ ਨੂੰ ਵੀ ਕਿਹੜੀ ਫਸਲ ਕਦੋਂ ਆਉਣੀ ਹੈ, ਜਦੋਂ ਫਸਲ ਦੀ ਵਾਢੀ ਦਾ ਟਾਈਮ ਹੋਊਗਾ, ਕੰਪਨੀ ਨੇ ਕੀ ਕਰਨਾ ਹੈ, ਉਹ ਸਟੋਰ ਸਮਾਨ ਹੋਊਗਾ ਕੰਪਨੀ ਲਵੇ ਪੁਰਾਣਾ, ਉਹਨੂੰ ਬਾਜ਼ਾਰ ਦੇ ਵਿੱਚ ਲਿਆਉਣਾ ਤੇ ਫਸਲ ਦਾ ਰੇਟ ਸਿੱਟ ਦੇਣਾ। ਮੰਨ ਲਓ ਕੰਪਨੀ 800 ਰੁਪਏ ਨੂੰ ਦੇਣ ਲੱਗੀ, ਕੋਈ ਵੀ ਫਸਲ ਦਾ ਰੇਟ 800 ਕਰਤਾ ਉਹਨੇ ਤੇ ਕਿਸਾਨ ਨੇ 1500 ਕਰਤਾ, ਤਾਂ ਗੱਲ ਹੈ ਵੀ ਚਾਹੇ ਮੇਰਾ ਵੀ ਕੋਈ ਖਾਸ ਹੈ, ਤੁਹਾਡਾ ਵੀ ਕੋਈ ਖਾਸ ਹੈ, ਤੁਸੀਂ 1500 ਦੀ ਜਗ੍ਹਾ ਤੇ 800 ਦੀ ਚੀਜ਼ ਹੀ ਲਵੋਗੇ, ਕਿਉਂਕਿ ਸੇਮ ਚੀਜ਼ ਹੈ, ਸਾਰਾ ਕੁਝ ਹੈਗਾ। ਤੇ ਸਟੋਰ ਕਰਨਾ ਪੈਣਾ ਕਿਸਾਨ ਨੂੰ ਆਪਣੀ ਫਸਲ ਨੂੰ, ਉਹਦਾ ਵੱਧ ਰੇਟ ਦੇਣ ਵਾਸਤੇ। ਤੇ ਪਰ ਆਪਣੇ ਤੁਸੀਂ ਐ ਲਾ ਲਓ ਵੀ ਬਹੁਤੇ ਕਿਸਾਨ ਐਸੇ ਨੇ ਜਿਨ੍ਹਾਂ ਦੇ 5 ਏਕੜ ਤੱਕ 7 ਏਕੜ ਤੱਕ, ਤੇ ਉਹ ਸਟੋਰ ਨਹੀਂ ਕਰ ਸਕਦੇ ਫਸਲ ਨੂੰ, ਕਿਉਂਕਿ ਆਪਣੇ ਜੋ ਕਿਸਾਨੀ ਹੈ ਇਹਦੇ ਵਿੱਚ ਖਰਚੇ ਆਪਣੇ ਐਵੇਂ ਦੇ ਨੇ, ਆਪਾਂ ਫਸਲ ਬਾਅਦ 'ਚ ਵੱਢਦੇ ਹਾਂ ਤੇ ਖਰਚੇ ਆਪਾਂ ਪਹਿਲਾਂ ਕਰ ਲੈਂਦੇ ਹਾਂ, ਤੇ ਕਿਸਾਨ ਨੂੰ ਪੈਸਾ ਵੀ ਨਾਲ ਦੀ ਨਾਲ ਹੀ ਚਾਹੀਦਾ ਜਦੋਂ ਉਹ ਫਸਲ ਵੱਢਦਾ। ਤੇ ਤੁਸੀਂ ਇਹ ਚੀਜ਼ ਲਾ ਲਓ ਵੀ ਸਟੋਰ ਕਰਨੀ ਪੈਣੀ ਹੈ ਉਹਨੂੰ ਮਹਿੰਗੀ ਵੇਚਣ ਵਾਸਤੇ ਵੀ ਫਸਲ ਨੂੰ। ਤੇ ਇਸ ਦੀ ਇੱਕ ਐਗਜ਼ਾਮਪਲ ਹੈ ਤਾਜ਼ੀ, ਤੇ 2006 ਦੇ ਵਿੱਚ ਬਿਹਾਰ ਦੇ ਵਿੱਚ ਇਹ ਚੀਜ਼ ਹੋਈ ਸੀ। ਨੇ ਬਹੁਤ ਸਸਤੇ ਰੇਟ ਤੇ ਫਸਲ ਲੈ ਲਈ ਸੀ, ਉਸ ਤੋਂ ਬਾਅਦ ਉਹਦੀ ਸ਼ਾਰਟੇਜ ਕਰਤੀ ਸਮਾਨ ਦੀ, ਤੇ ਉਹੀ ਫਸਲ ਉਹਨਾਂ ਨੂੰ ਮਹਿੰਗੇ ਰੇਟ ਦੇ ਵਿੱਚ ਵੇਚੀ ਗਈ। ਉਹਦਾ ਸਿੱਟਾ ਕੀ ਨਿਕਲਿਆ, ਜਿਹੜੇ ਕਿਸਾਨ ਤੇ ਉੱਥੇ ਦੇ ਉਹ ਕੰਪਨੀ ਦੇ ਅੰਡਰ ਆ ਕੇ ਆਪਦੇ ਹੀ ਖੇਤਾਂ ਦੇ ਵਿੱਚ ਨੌਕਰਾਂ ਦੇ ਵਾਂਗ ਕੰਮ ਕਰਨ ਲੱਗ ਗਏ ਉਹ। ਤੇ ਜਿਵੇਂ ਹੁਣ ਬਿਹਾਰ ਦੇ ਵਿੱਚ ਕੋਈ 5 ਏਕੜ ਵਾਲਾ ਕਿਸਾਨ ਹੈ, ਕੋਈ 10 ਏਕੜ ਵਾਲਾ ਕਿਸਾਨ ਹੈ, ਜਾਂ ਤਾਂ ਉਹਨੂੰ ਅਦਰ ਸਟੇਟ ਦੇ ਵਿੱਚ ਜਾ ਕੇ ਕੰਮ ਕਰਨਾ ਪੈਂਦਾ ਆਪਦੇ ਪਰਿਵਾਰ ਨੂੰ ਪਾਲਣ ਲਈ, ਤੇ ਜਾਂ ਫਿਰ ਉਹਨੂੰ ਕੰਪਨੀ ਦੇ ਹੇਠਾਂ ਕੰਮ ਕਰਨਾ ਪੈਂਦਾ। ਇਹ ਆਰਡੀਨੈਂਸ ਕਰਕੇ ਇੱਕ ਕਿਸਾਨ ਆਪਦੀ ਜ਼ਮੀਨ ਦਾ ਮਾਲਕ ਹੋਣ ਦੇ ਬਾਵਜੂਦ ਆਪਦੀ ਜ਼ਮੀਨ ਦੇ ਵਿੱਚ ਕੰਪਨੀ ਦੇ ਹੇਠਾਂ ਆ ਕੇ ਨੌਕਰ ਦੇ ਵਾਂਗ ਕੰਮ ਕਰਦਾ। ਇਹ ਆਰਡੀਨੈਂਸ ਦਾ ਅਸਰ ਹੈ ਜਿਹੜਾ ਕਿ ਆਪਾਂ ਨੂੰ ਪੰਜਾਬ 'ਚ ਵੀ ਭੁਗਤਣਾ ਪੈਣਾ। ਹੋ ਸਕਦਾ 1-2 ਸਾਲ ਆਪਾਂ ਨੂੰ ਪਤਾ ਨਾ ਲੱਗੇ, ਆਪਾਂ ਇਹਦੇ ਹੱਕ 'ਚ ਹੋਈਏ ਜਾਂ ਕੁਝ ਵੀ ਹੋਈਏ, ਆਪਾਂ ਨੂੰ ਫਸਲ ਦਾ ਰੇਟ ਵੀ ਵੱਧ ਮਿਲ ਜੇ, ਪਰ 1-2 ਸਾਲ ਬਾਅਦ ਆਪਾਂ ਨੂੰ ਇਹਦੇ ਨਤੀਜੇ ਸਾਹਮਣੇ ਆ ਜਾਣਗੇ। ਕਿਉਂਕਿ 2006 ਦੇ ਵਿੱਚ ਸਰਚ ਕਰ ਸਕਦੇ ਹੋ ਤੁਸੀਂ, ਗੂਗਲ 'ਤੇ ਵੀ ਕਰ ਸਕਦੇ ਹੋ, ਤੇ ਕਿਸਾਨਾਂ ਨਾਲ ਜੋ ਹੋਇਆ ਉਹ ਆਪਣੇ ਪੰਜਾਬ ਨਾਲ ਵੀ ਹੋਣਾ ਹੈ ਜੇ ਇਹ ਆਰਡੀਨੈਂਸ ਪਾਸ ਹੁੰਦੇ ਨੇ। ਖੈਰ ਜੇ ਵਾਪਸ ਨਹੀਂ ਲੈਂਦੀ ਕੇਂਦਰ ਸਰਕਾਰ ਤਾਂ ਆਪਣੀ ਜੋ ਪੰਜਾਬ ਦੀ ਕਿਸਾਨੀ ਹੈ ਉਹਨੂੰ ਬਹੁਤ ਧੱਕਾ ਲੱਗਣਾ ਤੇ ਆਪਾਂ ਬਹੁਤ ਪਿੱਛੇ ਚਲੇ ਜਾਣਾ। ਜਿੰਨੇ ਕਿ ਆਪਾਂ ਸੋਚਦੇ ਹਾਂ ਵੀ ਹੁਣ ਸਾਡੇ ਪੰਜਾਬ ਦਾ ਵਿਕਾਸ ਹੋਣਾ ਜਾਂ ਕੁਝ ਵੀ ਹੋਣਾ, ਬਹੁਤ ਪਿੱਛੇ ਚਲੇ ਜਾਣਾ। ਆਪਣੇ ਹੀ ਪੰਜਾਬ ਦੇ ਵਿੱਚ ਰਹਿ ਕੇ ਆਪਾਂ ਨੌਕਰ ਹੀ ਬਣ ਜਾਣਾ ਇੱਕ ਤਰ੍ਹਾਂ ਦੇ ਆਪਦੀਆਂ ਜ਼ਮੀਨਾਂ ਦੇ ਵਿੱਚ। ਖੈਰ, ਤੇ ਇਹਦਾ ਦੂਸਰਾ ਜਿਹੜਾ ਆਰਡੀਨੈਂਸ ਹੈ ਉਹ ਹੈਗਾ ਜ਼ਰੂਰੀ ਵਸਤਾਂ ਲਈ ਐਕਟ। ਇਹ ਐਕਟ 1955 ਦੇ ਵਿੱਚ ਹੋਇਆ ਸੀ ਪਾਸ, ਤੇ ਹੁਣ ਇਹਨੂੰ ਅਪਗ੍ਰੇਡ ਕੀਤਾ ਗਿਆ, ਕਹਿ ਸਕਦੇ ਆਪਾਂ ਰੀਫਾਈਨ ਕੀਤਾ ਗਿਆ, ਤੇ ਇਹਦੇ 'ਚ ਸੋਧ ਕਰ ਦਿੱਤੀ ਗਈ ਹੈ। ਹੁਣ 1955 ਤੋਂ ਪਹਿਲਾਂ ਕੀ ਹੁੰਦਾ ਸੀ ਕਿ ਜੋ ਵਪਾਰੀ ਵਰਗ ਸੀ, ਕੁਛ ਕੁ ਸਰਮਾਏਦਾਰ, ਕੁਛ ਕੁ ਫਰਮਾਂ, ਉਹ ਸਮਾਨ ਖਰੀਦਦੀਆਂ ਸੀ, ਉਹਨੂੰ ਸਟੋਰ ਕਰ ਲੈਂਦੇ ਸੀ, ਤੇ ਜਦੋਂ ਬਾਜ਼ਾਰ ਦੇ ਵਿੱਚ ਸਮਾਨ ਦੀ ਸ਼ਾਰਟੇਜ ਹੁੰਦੀ ਸੀ, ਡਿਮਾਂਡ ਵੱਧ ਜਾਂਦੀ ਸੀ, ਤਾਂ ਉਹ ਸਮਾਨ ਉਦੋਂ ਕੱਢ ਦਿੰਦੇ ਸੀ ਤੇ ਆਪਦੀ ਮਨਮਰਜ਼ੀ ਨਾਲ ਮਹਿੰਗੇ ਮੁੱਲ ਤੇ ਵੇਚਦੇ ਸੀ।
ਜਿੰਨਾ ਉਹਨਾਂ ਤੋਂ ਮਹਿੰਗਾ ਵੇਚਿਆ ਜਾਂਦਾ ਸੀ। ਫਿਰ 1955 ਦੇ ਵਿੱਚ ਐਕਟ ਬਣਿਆ, ਕਾਨੂੰਨ ਬਣਿਆ ਕਿ ਤੁਸੀਂ ਐਵੇਂ ਨਹੀਂ ਕਰ ਸਕਦੇ ਵੀ ਤੁਸੀਂ ਵਾਧੂ ਸਮਾਨ ਨਹੀਂ ਸਟੋਰ ਕਰ ਸਕਦੇ, ਤੁਸੀਂ ਕੁਛ ਕੁ ਸਮਾਨ ਸਟੋਰ ਕਰ ਸਕਦੇ ਹੋ ਆਪਦੀ ਲੋੜ ਅਨੁਸਾਰ। ਇਹਦੇ ਵਿੱਚ ਕੀ ਸੀ, ਜਿਵੇਂ ਜ਼ਰੂਰੀ ਵਸਤਾਂ ਸੀਗੀਆਂ, ਆਲੂ, ਪਿਆਜ਼, ਦਾਲਾਂ, ਤੇਲ, ਬੀਜ, ਅਜਿਹਾ ਤੀ ਸਮਾਨ। ਤੇ ਇਹ ਤੁਹਾਨੂੰ ਪਤਾ ਆਪਣੀ ਆਮ ਜ਼ਿੰਦਗੀ ਦੇ ਵਿੱਚ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਨੇ। ਆਪਣੇ ਘਰਾਂ ਦੇ ਵਿੱਚ ਦੇਖੋ, ਨਾ ਤਾਂ ਆਪਾਂ ਰੋਟੀ ਕੰਨੀ ਉਸਾਰ ਸਕਦੇ ਹਾਂ, ਬੀਜ ਵੀ ਆਪਾਂ ਨੂੰ ਜ਼ਰੂਰੀ ਚਾਹੀਦੇ ਨੇ, ਆਲੂ ਪਿਆਜ਼ ਵੀ ਆਪਾਂ ਨੂੰ ਜ਼ਰੂਰੀ ਚਾਹੀਦੇ ਨੇ। ਇਹ ਸਾਰੀਆਂ ਜ਼ਰੂਰੀ ਵਸਤਾਂ ਸੀਗੀਆਂ। ਪਰ ਹੁਣ ਇਹਨਾਂ ਨੇ ਕੀ ਕਰਿਆ, ਇਹ ਚੀਜ਼ ਹਟਾ ਕੇ ਕੇਂਦਰ ਸਰਕਾਰ ਨੇ ਕੀ ਕੀਤਾ ਇਹ ਕਿ ਹੁਣ ਕੋਈ ਵੀ ਵਿਅਕਤੀ ਕਿ ਜਿੰਨਾ ਵੀ ਮਰਜ਼ੀ ਸਟੋਰ ਕਰ ਸਕਦਾ ਸਮਾਨ ਨੂੰ, ਆਲੂ ਨੂੰ, ਪਿਆਜ਼ ਨੂੰ, ਦਾਲਾਂ, ਤੇਲ, ਬੀਜ, ਅਜਿਹਾ ਕੁਝ ਵੀ ਕਿੰਨਾ ਵੀ ਸਟੋਰ ਕਰ ਸਕਦਾ ਹੈ। ਇਹਦਾ ਨਤੀਜਾ ਆਪਾਂ ਪਿੱਛੇ ਦੇਖਿਆ ਵੀ ਸੀ ਵੀ ਪਿਆਜ਼ ਦੇ ਰੇਟ ਬਹੁਤ ਵੱਧ ਗਏ ਸੀਗੇ ਪਿੱਛੇ ਜੇ। ਤੇ ਉਸ ਤੋਂ ਬਾਅਦ ਜਦੋਂ ਬਾਜ਼ਾਰ ਦੇ ਵਿੱਚ ਸ਼ਾਰਟੇਜ ਹੋ ਜਾਣੀ ਹੈ ਸਮਾਨ ਦੀ ਤੇ ਡਿਮਾਂਡ ਵੱਧ ਜਾਣੀ ਹੈ, ਦੇਖੋ ਆਟੋਮੈਟਿਕਲੀ ਆ ਵੀ ਇਹ ਤਾਂ ਰੇਟ ਵਧਣੇ ਨੇ। ਇਹ ਚੀਜ਼ ਦਾ ਅਸਰ ਇਕੱਲੇ ਕਿਸਾਨ ਤੇ ਨਹੀਂ ਹੋਣਾ, ਜਿਹੜੇ ਆਪਾਂ ਆਮ ਪਬਲਿਕ ਹੈ, ਆਮ ਲੋਕ ਨੇ, ਸਾਰਿਆਂ ਤੇ ਇਹ ਚੀਜ਼ ਦਾ ਨੁਕਸਾਨ ਹੋਣਾ। ਕਿਉਂਕਿ ਜਦੋਂ ਚੀਜ਼ ਮਹਿੰਗੀ ਹੋਣੀ ਹੈ, ਆਪਾਂ ਨੂੰ ਚੀਜ਼ ਮਹਿੰਗੀ ਮਿਲਣੀ ਹੈ ਤੇ ਆਪਣੇ ਖਰਚੇ ਵੱਧ ਜਾਣੇ ਨੇ। ਆਮਦਨ ਆਪਣੀ ਉੱਥੇ ਹੀ ਹੈ, ਹੋ ਸਕਦਾ ਘਟ ਵੀ ਜਾਵੇ ਆਰਡੀਨੈਂਸ ਕਰਕੇ, ਤੇ ਉਹਦੇ ਨਾਲ ਆਪਾਂ ਨੂੰ ਵੀ ਜੇਬ ਢਿੱਲੀ ਕਰਨੀ ਪੈਣੀ ਹੈ, ਤੇ ਉਹ ਆਪਣਾ ਸਭ ਤੋਂ ਵੱਡਾ ਨੁਕਸਾਨ ਹੈ। ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈ, ਆਪਣੇ ਪੰਜਾਬ ਦੇ ਵਿੱਚ 85% ਕਿਸਾਨ ਐਸੇ ਨੇ ਜਿਨ੍ਹਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਹੈ ਜਾਂ 5 ਏਕੜ ਜ਼ਮੀਨ ਹੈ, ਤੇ ਉਹਨਾਂ ਦੀ ਸਮਰੱਥਾ ਨਹੀਂ ਹੈ ਵੀ ਉਹ ਫਸਲ ਨੂੰ ਸਟੋਰ ਕਰਕੇ ਰੱਖ ਸਕਣ ਜਾਂ ਜ਼ਰੂਰੀ ਵਸਤਾਂ ਨੂੰ ਸਟੋਰ ਕਰਕੇ ਰੱਖ ਸਕਣ। ਕਿਉਂਕਿ ਉਹਨਾਂ ਨੇ ਤਾਂ ਨਾਲ ਦੀ ਨਾਲ ਸਮਾਨ ਵੇਚਣਾ, ਆਪਣੀ ਫਸਲ ਵੇਚਣੀ ਹੈ ਤੇ ਪੈਸੇ ਲੈਣੇ ਨੇ। ਤੇ 5-10% ਐਸੇ ਵੀ ਨੇ ਵੀ ਜਿਹੜੇ ਕਿ ਆਪਦੇ ਸਟੋਰ ਕਰਨ ਦਾ ਪ੍ਰਬੰਧ ਕਰ ਸਕਦੇ ਨੇ, ਪਰ 85% ਕਿਸਾਨ ਐਵੇਂ ਦੇ ਨੇ ਜਿਨ੍ਹਾਂ ਤੋਂ ਇਹ ਚੀਜ਼ਾਂ ਸਟੋਰ ਨਹੀਂ ਹੋਣੀਆਂ ਤੇ ਜਿਹੜੇ ਬਿਲਕੁਲ ਹੀ ਘਾਟੇ 'ਚ ਨੇ। ਤੇ ਅਗਲਾ ਪੁਆਇੰਟ ਇਹਦਾ, ਇਹਦੇ ਨਾਲ ਬਲੈਕ ਮਾਰਕੀਟਿੰਗ ਇੰਨੀ ਕੁ ਸ਼ੁਰੂ ਹੋ ਜਾਣੀ ਹੈ ਕਿਉਂਕਿ ਉਹਨਾਂ ਨੇ ਸਟੋਰ ਕਰ ਲੈਣਾ ਫਰਮਾਂ ਨੇ ਸਮਾਨ, ਤੇ ਸਮਾਨ ਬਾਜ਼ਾਰ 'ਚ ਘੱਟ ਜਾਊਗਾ, ਰੇਟ ਵਧੂਗਾ। ਜਦੋਂ ਰੇਟ ਪੂਰਾ ਟੀਸੀ ਤੇ ਹੋ ਗਿਆ, ਪੂਰਾ ਅਪ ਹੋ ਗਿਆ, ਤੇ ਉਦੋਂ ਬਾਜ਼ਾਰ ਦੇ ਵਿੱਚ ਸਮਾਨ ਆਉਣਾ ਮਹਿੰਗੇ ਰੇਟ ਤੇ ਆਉਣਾ, ਉਹਦਾ ਭਾਰ ਵੀ ਸਾਰਾ ਆਪਣੇ ਲੋਕਾਂ ਤੇ ਹੀ ਪੈਣਾ ਹੈ। ਤੇ ਹੁਣ ਜਿਹੜੀ ਇਹ ਗੇਮ ਹੈ ਸਾਰੀ, ਜੋ ਵੀ ਇਹ ਕੰਮ ਹੈ ਸਾਰਾ, ਇਹ ਪੈਸਾ ਹੋਲਡ ਕਰਨ ਦਾ, ਸਮਾਨ ਸਟੋਰ ਕਰਨ ਦਾ, ਸਮਾਨ ਸਟੋਰ ਕਰਕੇ ਮਹਿੰਗਾ ਵੇਚਣ ਦਾ ਰਹਿ ਗਿਆ। ਕਿਉਂਕਿ ਕੇਂਦਰ ਸਰਕਾਰ ਦਾ ਜੋ ਵੀ ਹੈ ਤੁਹਾਨੂੰ ਪਤਾ ਹੀ ਹੈ, ਜਿਵੇਂ ਸਾਰਿਆਂ ਨੂੰ ਅੰਬਾਨੀਆਂ ਅਡਾਨੀਆਂ ਦੇ ਇਹ ਚਮਚੇ ਕਹਿ ਸਕਦੇ ਆਪਾਂ ਮੋਦੀ ਨੂੰ ਤਾਂ। ਤੇ ਕੇਂਦਰ ਸਰਕਾਰ ਨੇ ਘੱਟ ਗਿਣਤੀ ਵਰਗ ਤੋਂ, ਜਿਵੇਂ ਕਿ ਪਹਿਲਾਂ ਤੁਸੀਂ ਦੇਖ ਰਹੇ ਹੋ, ਘੱਟ ਗਿਣਤੀ ਵਰਗ ਨਾਲ ਉਹ ਕਰਦੀ ਕੀ ਹੈ ਕੇਂਦਰ ਸਰਕਾਰ, ਤੇ ਇਹ ਉਹਨਾਂ ਨੂੰ ਸਿਰਫ ਅੱਪ ਕਰ ਰਹੇ ਨੇ। ਤੇ ਉਹ ਹੀ ਇਹ ਕੰਮ ਕਰ ਸਕਦੇ ਨੇ, ਸਮਾਨ ਨੂੰ ਸਟੋਰ ਕਰਨਾ ਜਾਂ ਕੁਛ ਵੀ, ਕਿਉਂਕਿ ਇੰਨੀ ਫਸਲ ਖਰੀਦਣੀ ਕਿਸੇ ਮਾੜੀ ਫਰਮ ਜਾਂ ਮਾੜੇ ਬੰਦੇ ਦਾ ਕੰਮ ਨਹੀਂ ਹੈ। ਇਹਦੀ ਇੱਕ ਐਗਜ਼ਾਮਪਲ ਹੈ, ਜਿਹੜਾ ਆਪਾਂ ਦੂਸਰੇ ਐਕਟ ਦੀ 1970 ਦੇ ਵਿੱਚ ਅਮਰੀਕਾ ਵਿੱਚ ਹੋਇਆ ਸੀ ਐਵੇਂ। ਉਹਦੇ 'ਚ ਕੀ ਸੀ, ਕੰਪਨੀਆਂ ਦਾ ਕੰਟਰੈਕਟ ਹੋਇਆ ਸੀ ਕਿਸਾਨਾਂ ਨਾਲ, ਜਿਹਦੇ ਵਿੱਚ ਕੰਪਨੀਆਂ ਨੇ ਕਿਸਾਨਾਂ ਨੂੰ ਦੱਸਿਆ ਕਿ ਤੁਸੀਂ ਆਹ ਫਸਲ ਇਸ ਟਾਈਮ ਕਰਨੀ ਹੈ, ਕਿੰਨੀ ਕਰਨੀ ਹੈ। ਕਿ ਮੰਨ ਲਓ ਆਲੂ ਹੈ ਤਾਂ ਵੀ ਆਲੂ ਦਾ ਸਾਨੂੰ ਆਹ ਸਾਈਜ਼ ਚਾਹੀਦਾ, ਇਦੋਂ ਅਸੀਂ ਛੋਟਾ ਆਲੂ ਨਹੀਂ ਲੈਣਾ, ਵੱਡਾ ਨਹੀਂ ਲੈਣਾ, ਸਾਨੂੰ ਸਿਰਫ ਆਹ ਸਾਈਜ਼ ਹੀ ਕਿਸਾਨ ਦੇ ਹੱਥ ਦੇ ਵਿੱਚ ਨਹੀਂ ਹੈਗਾ। 1970 ਦੇ ਵਿੱਚ ਅਮਰੀਕਾ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋਇਆ ਸੀ ਤੇ ਕਿਸਾਨੀ ਨੂੰ ਬਹੁਤ ਵੱਡਾ ਝਟਕਾ ਲੱਗਿਆ ਸੀ ਇਹ ਚੀਜ਼ ਨਾਲ। ਤੇ ਇਸ ਤੋਂ ਬਾਅਦ ਆਪਾਂ ਕਰਦੇ ਹਾਂ ਤੀਸਰੇ ਐਕਟ ਦੀ ਗੱਲ, ਮੁੱਲ ਬੀਮਾ, ਫਾਰਮ ਸੇਵਾਵਾਂ ਅਤੇ ਕਿਸਾਨ ਸਮਝੌਤਾ। ਇਹਦੇ ਵਿੱਚ ਕੀ ਹੈ, ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਅਮਰੀਕਾ ਦੇ ਵਿੱਚ ਹੋਇਆ ਸੀ, ਇਹਦੇ ਵਿੱਚ ਉਵੇਂ ਹੀ ਆਪਣੇ ਹੋਣਾ, ਕੰਪਨੀ ਤੇ ਕਿਸਾਨ ਦਾ ਸਮਝੌਤਾ ਹੋਊਗਾ। ਉਹ ਦੱਸਣਗੇ ਕੰਪਨੀ ਵਾਲੇ ਵੀ ਤੁਸੀਂ ਸਾਨੂੰ ਇੰਨੀ ਕੁ ਫਸਲ ਦੇ ਦਿਓ,
ਜਿਹੜੀ ਵਾਧੂ ਫਸਲ ਹੋਊਗੀ ਉਹਦੀ ਕੰਪਨੀ ਦੀ ਕੋਈ ਜ਼ਿੰਮੇਵਾਰੀ ਨਹੀਂ। ਉਹਨੂੰ ਤੁਸੀਂ ਕੁਛ ਮਰਜ਼ੀ ਕਰੋ, ਸਟੋਰ ਕਰੋ, ਖਰਾਬ ਹੋਵੇ ਤੁਹਾਡੀ, ਚੱਲੇ ਕਿ ਵਿਕੇ ਨਾ ਵਿਕੇ, ਉਹਦੇ ਵਿੱਚ ਕੰਪਨੀ ਦਾ ਕੋਈ ਲੈਣ ਦੇਣ ਨਹੀਂ। ਜਿੰਨਾ ਤੇ ਹੋ ਸਕਦਾ ਵੀ ਤੁਹਾਨੂੰ ਪਹਿਲਾਂ 1 ਜਾਂ 2 ਸਾਲ ਉਹ ਕੰਪਨੀਆਂ ਰੇਟ ਵੱਧ ਵੀ ਦੇ ਦੇਣ, ਕਿਉਂਕਿ ਫਿਰ ਸਰਕਾਰ ਵੀ ਕਹਿ ਦੂ ਵੀ ਸਾਡੇ ਕੋਲ ਜਿੰਨੀ ਸਾਨੂੰ ਸਮਾਨ ਚਾਹੀਦਾ ਸੀ ਉਹਨਾਂ ਸਾਡੇ ਕੋਲ ਆਇਆ ਨਹੀਂ, ਵਿਕਿਆ ਨਹੀਂ, ਪਬਲਿਕ ਨੇ ਆਪਣੀ ਫਸਲ ਹੈ ਜਿਹੜੀ ਬਾਹਰ ਵੇਚਤੀ, ਤੇ ਉਦੋਂ ਬਾਅਦ ਉਹ ਬੋੜੇ ਖਤਮ ਕਰ ਦੇਣ। ਤੇ ਵੀ ਆਪਾਂ ਨੂੰ ਰੇਟ ਵੱਧ ਮਿਲ ਜੇ, ਪਰ ਜਦੋਂ ਆਪਾਂ ਕੰਪਨੀ ਦੇ ਕਿਸੇ ਦੇ ਹੱਥੀਂ ਪੈ ਗਏ, ਕੰਪਨੀ ਦੇ ਅੰਡਰ ਹੋ ਗਏ, ਤਾਂ ਉਹਨਾਂ ਨੇ ਆਪਣੀ ਮਰਜ਼ੀ ਕਰਨੀ ਹੈ। ਜਿਵੇਂ ਕਿ ਹੁਣ ਮੈਂ ਤੁਹਾਨੂੰ ਦੱਸਦਾ, ਜਿੱਥੇ ਕਿ ਆਪਣੇ ਪੰਜਾਬ ਵਾਲਾ ਸਿਸਟਮ ਨਹੀਂ ਹੈਗਾ, ਮੱਧ ਪ੍ਰਦੇਸ਼ ਦੇ ਵਿੱਚ ਟਮਾਟਰ ਤੇ ਸ਼ਿਮਲਾ ਮਿਰਚ ਦੀ ਬਹੁਤ ਵਧੀਆ ਖੇਤੀ ਹੁੰਦੀ ਹੈ। ਕਰਨਾਟਕ ਦੇ ਵਿੱਚ ਵੀ ਕਾਜੂ ਵਗੈਰਾ ਦੀ ਬਹੁਤ ਵਧੀਆ ਹੁੰਦੀ ਹੈ। ਮਹਾਰਾਸ਼ਟਰ 'ਚ ਫੁੱਲ ਤੇ ਅਨਾਰਾਂ ਦੀ ਬਹੁਤ ਹੁੰਦੀ ਹੈ। ਦੇਖਣ ਨੂੰ ਤਾਂ ਇਹ ਚੀਜ਼ ਕਹਿ ਸਕਦੇ ਆਪਾਂ ਉੱਥੇ ਦੇ ਇਹਨਾਂ ਦੇ ਰੇਟ ਦੇ ਹਿਸਾਬ ਨਾਲ, ਇਹ ਚੀਜ਼ਾਂ ਦੇ ਨਾਲ, ਕਿ ਉੱਥੇ ਦੇ ਕਿਸਾਨ ਨੂੰ ਬਣਦਾ ਹੋਊਗਾ, ਪਰ ਉੱਥੇ ਵੀ ਕੰਪਨੀਆਂ ਦਾ ਕੰਟਰੈਕਟ ਹੈ ਕਿਸਾਨਾਂ ਨਾਲ। ਉੱਥੇ ਕੰਪਨੀਆਂ ਦੱਸਦੀਆਂ ਨੇ ਕਿ ਸਾਨੂੰ ਇਹ ਫਸਲ ਇੰਨੀ ਮਾਤਰਾ 'ਚ ਕਰਕੇ ਦੇਣੀ ਹੈ, ਉਸ ਤੋਂ ਬਾਅਦ ਜੋ ਰੇਟ ਹੈ ਫਸਲ ਦਾ ਉਹ ਕੰਪਨੀ ਤੈਅ ਕਰਦੀ ਹੈ, ਤੇ ਕਿਸਾਨ ਨੂੰ ਉੱਥੇ ਕੁਝ ਵੀ ਨਹੀਂ ਬਚਦਾ। ਉਹਦਾ ਰੋਜੀ ਰੋਟੀ ਮਸਾਂ ਚੱਲਦੀ ਹੈ, ਤੇ ਸਾਰਾ ਫਾਇਦਾ ਮਿਹਨਤ ਕਰਦਾ ਕਿਸਾਨ, ਤੇ ਸਾਰਾ ਜੋ ਪੈਸਾ ਹੈ, ਜੋ ਬਚਤ ਹੈ, ਉਹ ਕੰਪਨੀਆਂ ਲੈ ਜਾਂਦੀਆਂ ਨੇ। ਸੋ ਇਹ ਸੀ ਆਪਣੇ ਆਰਡੀਨੈਂਸ। ਇਹ ਤੁਸੀਂ ਨੇ ਹੁਣ ਜਿੰਨਾ ਕੁ ਮੈਨੂੰ ਪਤਾ ਸੀ, ਜਿੰਨੀ ਕੁ ਮੈਨੂੰ ਜਾਣਕਾਰੀ ਸੀ, ਮੈਂ ਤੁਹਾਨੂੰ ਦੱਸ ਚੁੱਕਿਆ ਕਿ ਇੰਨਾ ਕੁ ਆਪਾਂ ਨੂੰ ਫਾਇਦਾ ਹੋਣਾ, ਇੰਨਾ ਕੁ ਇਹਦਾ ਨੁਕਸਾਨ ਹੋਣਾ, ਤੇ ਇਹਦੇ ਸਿੱਟੇ ਕੀ ਨਿਕਲਣੇ ਨੇ ਜੇ ਇਹ ਕੇਂਦਰ ਸਰਕਾਰ ਵਾਪਸ ਨਹੀਂ ਲੈਂਦੀ। ਆਪਣੀ ਕਿਸਾਨੀ ਦਾ ਮਾੜਾ ਹਾਲ ਹੋ ਜਾਣਾ, ਬੁਰੀ ਤਰ੍ਹਾਂ ਕਿਸਾਨ ਫੇਲ ਹੋ ਜਾਣਾ, ਆਤਮ ਹੱਤਿਆ ਬਹੁਤ ਕਰਦੇ ਨੇ ਕਿਸਾਨ, ਤੇ ਇਸ ਤੋਂ ਬਾਅਦ ਵੱਧ ਜਾਣੀਆਂ ਨੇ ਇਹਨਾਂ ਦੀ ਜੋ ਸਪੀਡ ਹੈ, ਆਪਾਂ ਕਹਿ ਸਕਦੇ ਹਾਂ ਆਤਮ ਹੱਤਿਆ ਦੀ ਲਾ ਲਓ, ਕਿਸਾਨ ਦੀ ਮਾੜੀ ਹਾਲਤ ਦੀ ਲਾ ਲਓ, ਇਹ ਇਸ ਤੋਂ 5-6 ਗੁਣਾ ਵੱਧ ਕੇ ਪਿੱਛੇ ਨੂੰ ਚਲਿਆ ਜਾਣਾ ਪੰਜਾਬ ਨੇ। ਜਿਵੇਂ ਕਿ ਹੁਣ ਬਿਹਾਰ ਦੇ ਹਾਲ ਨੇ, ਇਹ ਹਾਲ ਹੋ ਜਾਣੇ ਨੇ। ਆਪਾਂ 8-10 ਕਿੱਲੇ ਜਾਂ 15 ਕਿੱਲੇ ਹੋਣ ਦੇ ਬਾਵਜੂਦ ਵੀ ਆਪਾਂ ਨੂੰ ਫੇਰ ਵੀ ਕਿਸੇ ਕੰਪਨੀ ਦਾ ਕਰਨਾ ਪੈਣਾ, ਤੇ ਆਪਾਂ ਨੂੰ ਬਚਣਾ ਕੁਛ ਨਹੀਂ ਇੱਥੋਂ, ਤੇ ਸਰਮਾਏਦਾਰਾਂ ਦਾ ਰਾਜ ਹੋ ਜਾਣਾ। ਜਿੰਨੇ ਇਹ 2-4 ਘਰਾਣੇ ਨੇ ਜਿਹੜੇ ਕੇਂਦਰ ਸਰਕਾਰ ਦੇ ਨੇੜੇ ਨੇ, ਮੋਦੀ ਦੇ ਨੇੜੇ ਨੇ, ਅੰਬਾਨੀ ਅਡਾਨੀ ਜਿਹੜੇ ਹੈਗੇ ਨੇ, ਇਹਨਾਂ ਨੇ ਸਿਰਫ ਨਾ ਸਿਰਫ ਆਪਣੇ ਹਿੰਦੁਸਤਾਨ ਦੇ ਉੱਪਰ, ਜਿਵੇਂ ਕਿ ਈਸਟ ਇੰਡੀਆ ਕੰਪਨੀ ਨੇ ਰਾਜ ਕੀਤਾ ਸੀ। ਈਸਟ ਇੰਡੀਆ ਕੰਪਨੀ ਆਈ ਸੀ ਸ਼ੁਰੂ ਦੇ ਵਿੱਚ ਇੰਡੀਆ ਦੇ ਵਿੱਚ, ਤੇ ਉਸ ਤੋਂ ਬਾਅਦ ਸਾਰੇ ਦੇਸ਼ ਨੂੰ ਉਹਨਾਂ ਨੇ ਗੁਲਾਮ ਬਣਾ ਲਿਆ ਸੀ। ਇਸੇ ਤਰ੍ਹਾਂ ਮੋਦੀ, ਅਮਿਤ ਸ਼ਾਹ, ਇਹ 2-4 ਘਰਾਣਿਆਂ ਨਾਲ ਰਲ ਕੇ ਦੇ ਉੱਪਰ ਰਾਜ ਕਰਨਾ ਚਾਹੁੰਦੇ ਨੇ। ਇਹਨਾਂ ਦੀ ਮਨਸਾ ਬਹੁਤ ਗਲਤ ਹੈ। ਸੋ ਸਾਥੀਓ, ਇਹਦੇ ਨਾਲ ਇਕੱਲੀ ਕਿਸਾਨੀ ਵਗੈਰਾ ਨੂੰ ਅਸਰ ਨਹੀਂ ਹੋਣਾ, ਇਹਦੇ ਨਾਲ ਆਪਣਾ ਜਿਹੜਾ ਆਮ ਵਰਗ ਹੈ, ਜੋ ਆਪਣੀ ਆਮ ਪਬਲਿਕ ਹੈ, ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਮਜ਼ਦੂਰ ਵੀ ਖਤਮ ਨੇ, ਗਰੀਬ ਦਬਕੇ 'ਚ ਆਉਂਦੇ ਨੇ, ਕੰਮ ਕਰਦੇ ਨੇ ਖੇਤਾਂ ਦੇ ਵਿੱਚ, ਆੜ੍ਹਤੀਏ ਖਤਮ ਨੇ, ਬਾਜ਼ਾਰ ਦੇ ਵਿੱਚ ਦੁਕਾਨਾਂ ਵਾਲੇ ਖਤਮ ਨੇ, ਚਾਹੇ ਉਹ ਕੋਈ ਵੀ ਬਿਜ਼ਨਸ ਹੈ, ਕਿਉਂਕਿ ਜੇ ਲੋਕਾਂ ਲਵੇ ਪੈਸਾ ਹੋਊਗਾ ਬਿਜ਼ਨਸ ਤਾਂ ਚੱਲੂਗਾ, ਅਦਰਵਾਈਜ਼ ਖਤਮ ਹੈ। ਜਿਹੜੇ ਕਿ ਆਪਣੇ ਮਿਡਲ ਕਲਾਸ ਲੋਕ ਨੇ ਜਾਂ ਗਰੀਬੀ ਦਬਕੇ ਵਾਲੇ ਲੋਕ ਨੇ, ਉਹ ਸਾਰੇ ਭੈੜੀ ਤਰ੍ਹਾਂ ਫੇਲ ਹੋ ਜਾਣਗੇ, ਜਾਂ ਉਹਨਾਂ ਨੂੰ ਆਤਮ ਹੱਤਿਆ ਕਰਨੀ ਪਊਗੀ, ਜਾਂ ਉਹਨਾਂ ਨੂੰ ਗੁਲਾਮੀ ਕਰਨੀ ਪੈਣੀ ਹੈ। ਹੋ ਸਕਦਾ ਵੀ ਰੋਟੀ ਤੋਂ ਵੀ ਮੁਹਤਾਜ ਹੋ ਜਾਣ ਉਹ ਲੋਕ। ਤੇ ਮੈਂ ਐਂਡ ਦੇ ਵਿੱਚ ਸਾਰੇ ਸਾਥੀਆਂ ਨੂੰ ਅਪੀਲ ਕਰਦਾ, ਬੇਨਤੀ ਕਰਦਾ ਕਿ ਆਪਾਂ ਪਾਰਟੀਬਾਜ਼ੀ ਛੱਡ ਦਈਏ। ਪਾਰਟੀਬਾਜ਼ੀ ਛੱਡ ਕੇ, ਪਾਰਟੀਬਾਜ਼ੀ ਤੋਂ ਉੱਪਰ ਹੋ ਕੇ ਕਿਸਾਨ ਜਥੇਬੰਦੀਆਂ ਦਾ, ਕਿਸਾਨਾਂ ਦਾ ਤੇ ਉਹਨਾਂ ਨਾਲ ਡਟ ਕੇ ਖੜੀਏ, ਤਾਂ ਜੋ ਆਪਣੇ ਪੰਜਾਬ ਦਾ ਬਣਦਾ ਹੱਕ ਲੈ ਸਕੀਏ ਤੇ ਆਪਣੇ ਵੀਰਾਂ ਨੂੰ ਦਈਏ, ਤੇ ਮੋਦੀ ਨੂੰ ਐਸੇ ਹੋਣ ਤੋਂ
ਉਹਦਾ ਮੂੰਹ ਤੋੜ ਸਕੀਏ, ਮੂੰਹ ਆਪਾਂ ਉਹਦਾ ਮੂੰਹ ਤੋੜ ਕੇ ਉਹ ਆਰਡੀਨੈਂਸ ਵਾਪਸ ਲੈਣ ਵਾਸਤੇ ਮਜਬੂਰ ਕਰ ਸਕੀਏ। ਤੇ ਆਰਐਸਐਸ ਤੇ ਮੋਦੀ ਵਰਗੇ ਇਹ ਚਾਹੁੰਦੇ ਨੇ ਕਿ ਪੰਜਾਬ ਤੇ ਹਰਿਆਣੇ ਨੂੰ ਅਸੀਂ ਗੁਲਾਮ ਬਣਾਉਣਾ ਹੈ, ਕਿਉਂਕਿ ਆਪਣੇ ਪੰਜਾਬ ਨਾਲ ਧੱਕਾ ਹੀ ਹੁੰਦਾ ਹੈ। ਜਦੋਂ ਕਿਸੇ ਬਾਰਡਰ ਤੇ ਲੜਾਈ ਲੱਗਣੀ ਹੈ ਤਾਂ ਸਿੱਖ ਰੈਜੀਮੈਂਟ 2% ਦੀ ਗਿਣਤੀ ਵਾਲੇ ਆਪਾਂ, ਉਸ ਤੋਂ ਬਾਅਦ ਕਿਤੇ ਕੋਈ ਭੁਚਾਲ ਆਉਂਦਾ ਹੈ, ਕਿਤੇ ਕੋਈ ਆਪਣੇ ਕੁਝ ਵੀ ਹੁੰਦਾ ਹੈ ਤਾਂ ਉਹ ਆਪਣੇ ਪੰਜਾਬੀ ਹੀ ਹੁੰਦੇ ਨੇ। ਕਿਤੇ ਕੋਈ ਵੱਡੀ ਵਾਰਦਾਤ ਹੁੰਦੀ ਹੈ, ਜਿਵੇਂ ਹੜ੍ਹਾਂ ਦੇ ਵਿੱਚ ਲਾ ਲਓ, ਖਾਲਸਾ ਏਡ ਵਾਲਿਆਂ ਨੇ ਕਿੰਨਾ ਕੀਤਾ ਹੈ। ਹੁਣ ਆਪਣੇ ਬਾਰਡਰ ਦੇ ਉੱਪਰ ਸਿੱਖ ਰੈਜੀਮੈਂਟ ਮੂਹਰੇ, ਜਦੋਂ ਤਾਂ ਕੋਈ ਆਫਤ ਆਉਂਦੀ ਹੈ ਆਪਣੇ ਇੰਡੀਆ ਦੇ ਉੱਪਰ, ਉਦੋਂ ਤਾਂ ਆਪਣਾ ਪੰਜਾਬੀਆਂ ਨੂੰ ਚੱਕਿਆ ਜਾਂਦਾ ਹੈ, ਪੰਜਾਬੀਆਂ ਨੂੰ ਮੂਹਰੇ ਕਰ ਦਿੱਤਾ ਜਾਂਦਾ ਹੈ। ਇਹ 2% ਦੀ ਗਿਣਤੀ ਵਾਲੇ ਆਪਣੇ ਇੰਡੀਆ ਦਾ ਮਾਣ ਬਣ ਕੇ ਰਹਿ ਜਾਂਦੇ ਨੇ ਉਦੋਂ। ਤੇ ਪਰ ਹੁਣ ਇਹ ਸਰਕਾਰ, ਗੂੰਗੀ ਬੋਲੀ ਸਰਕਾਰ, ਕੇਂਦਰ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਹੈ। ਇਹਨੂੰ ਪਤਾ ਨਹੀਂ ਲੱਗ ਰਿਹਾ ਵੀ ਅਸੀਂ ਪੰਜਾਬ ਦੇ ਕਿਸਾਨਾਂ ਨਾਲ, ਪੰਜਾਬ ਦੇ ਲੋਕਾਂ ਨਾਲ ਕਿੰਨਾ ਮਾੜਾ ਕਰ ਰਹੇ ਹਾਂ। ਅੱਜ ਮੈਂ ਕਾਂਗਰਸੀ ਹੋਣ ਦੇ ਨਾਤੇ ਨਹੀਂ ਕਹਿ ਰਿਹਾ, ਮੈਂ ਸਿਰਫ ਇਹ ਗੱਲ ਕਰਕੇ ਕਹਿ ਰਿਹਾ ਕਿ ਜਦੋਂ ਕੋਈ ਆਫਤ ਆਉਂਦੀ ਹੈ ਉਦੋਂ ਪੰਜਾਬੀਆਂ ਨੂੰ ਕਿਉਂ ਮੂਹਰੇ ਕੀਤਾ ਜਾਂਦਾ ਹੈ, ਕਿਉਂਕਿ ਜਦੋਂ ਹੱਕਾਂ ਦੀ ਗੱਲ ਆਉਂਦੀ ਹੈ, ਜੇ ਹੱਕ ਮੰਗਦੇ ਨੇ ਤਾਂ ਉਹ ਅੱਤਵਾਦੀ ਹੋ ਜਾਂਦੇ ਨੇ। ਉਹਨਾਂ ਨੂੰ ਸਮਝਿਆ ਨਹੀਂ ਜਾਂਦਾ। ਆ ਇੱਕ ਆਪਣੇ ਮੈਡਮ ਹੈ, ਇਹਨੇ ਦੇਖੋ ਕੀ ਕਰਿਆ, ਕਹਿੰਦੀ ਵੀ ਜਿੰਨੇ ਵੀ ਪੰਜਾਬੀ ਧਰਨਿਆਂ ਤੇ ਬੈਠੇ ਨੇ, ਬੈਠੇ ਨੇ ਉਹ ਅੱਤਵਾਦੀ ਨੇ। ਕਿਉਂ ਜੀ? ਜਦੋਂ ਉਹਦਾ ਘਰ ਢਾਇਆ ਸੀ ਆਪਦੀ ਵਾਰ ਤਾਂ ਬਹੁਤ ਦੁੱਖ ਲੱਗਿਆ ਸੀ ਉਹਨੂੰ, ਉਹ ਤਾਂ ਇੱਕ ਦਾ ਘਰ ਸੀ। ਇੱਥੇ ਸਾਰੇ ਕਿਸਾਨ ਉੱਜਣ ਤੇ ਆਏ ਹੋਏ ਨੇ, ਉਹਨਾਂ ਨੂੰ ਉਹ ਅੱਤਵਾਦੀ ਦੱਸ ਰਹੀ ਹੈ ਜੇ ਉਹ ਆਪਦੇ ਹੱਕ ਮੰਗ ਰਹੇ ਨੇ। ਸਾਥੀਓ, ਗੱਲ ਇਹ ਹੈ ਵੀ ਆਪਾਂ ਨੂੰ ਤਕੜੇ ਹੋ ਕੇ ਲੜਨਾ ਪੈਣਾ, ਪਾਰਟੀਬਾਜ਼ੀ ਮਨ ਚੋਂ ਕੱਢਣੀ ਪੈਣੀ ਹੈ, ਪਾਰਟੀਬਾਜ਼ੀ ਤੋਂ ਉੱਪਰ ਹੋਣਾ ਪੈਣਾ ਜੇ ਆਪਾਂ ਪੰਜਾਬ ਦਾ ਭਲਾ ਚਾਹੁੰਦੇ ਹਾਂ। ਤੇ ਇੰਨਾ ਕਹਿੰਦਾ ਹੋਇਆ ਫਤਿਹ ਬੁਲਾਉਣਾ, ਤੁਹਾਡਾ ਧੰਨਵਾਦ ਕਰਦਾ ਜਿਹੜੇ ਮੈਨੂੰ ਨਾਭੇ ਹਲਕੇ ਦੇ ਵਿੱਚੋਂ ਇੰਨਾ ਪਿਆਰ ਦਿੰਦੇ ਨੇ, ਤੇ ਤੁਹਾਡੀ ਮਿਹਰ ਸਦਕਾ ਸਾਡੇ ਮੰਤਰੀ ਸਾਹਿਬ ਸਰਦਾਰ ਸਾਧੂ ਸਿੰਘ ਜੀ ਧਰਮਸੋਤ ਜੀ ਤੋਂ ਬਹੁਤ ਪਿਆਰ ਮਿਲਦਾ ਹੈ। ਤੇ ਚਲੋ ਇਹ ਤੋਂ ਬਿਨਾਂ ਵੀ ਆਪਾਂ ਹੁਣ ਹੰਬਲਾ ਮਾਰ ਲਈਏ। ਮੈਨੂੰ ਉਮੀਦ ਹੈ ਤੁਸੀਂ ਸਾਡਾ ਸਾਥ ਦਿਓਗੇ, ਕਿਸਾਨ ਵੀਰਾਂ ਦਾ ਸਾਥ ਦਿਓਗੇ। ਆਪਾਂ ਇਕੱਠੇ ਹੋ ਕੇ ਰਲ ਮਿਲ ਕੇ ਆਪਣਾ ਹੱਕ ਲੈ ਕੇ ਆਵਾਂਗੇ। ਜੇ ਸਾਡੀ ਕਿਤੇ ਲੋੜ ਪੈਂਦੀ ਹੈ ਸਾਡੀ ਯੂਥ ਕਾਂਗਰਸ ਵੱਲੋਂ, ਤਾਂ ਅਸੀਂ ਕਿਸਾਨਾਂ ਦੇ ਨਾਲ ਹਾਂ, ਪਹਿਲਾਂ ਵੀ ਖੜੇ ਸੀ, ਹੁਣ ਵੀ ਖੜੇ ਹਾਂ। ਸਾਨੂੰ ਇਹ ਚੀਜ਼ ਦਾ ਫਰਕ ਨਹੀਂ ਹੈ ਕਿ ਕਿਤੇ ਕੋਈ ਕਿਸਾਨ ਜਥੇਬੰਦੀ ਧਰਨਾ ਲਾਉਂਦੀਆਂ ਤਾਂ ਅਸੀਂ ਆਪਦੇ ਝੰਡੇ ਲੈ ਕੇ ਜਾਣੇ ਨੇ। ਸਾਨੂੰ ਕੋਈ ਫਰਕ ਨਹੀਂ ਹੈ, ਸਾਨੂੰ ਸਾਡੇ ਹੱਕ ਮਿਲਣੇ ਚਾਹੀਦੇ ਨੇ। ਅਸੀਂ ਬਿਨਾਂ ਝੰਡਿਆਂ ਤੋਂ ਵੀ ਜਾਵਾਂਗੇ ਤੇ ਉਹਨਾਂ ਦੇ ਨਾਲ ਜਾਵਾਂਗੇ, ਦਿਨ ਰਾਤ ਜਾਵਾਂਗੇ। ਸਾਨੂੰ ਜਿੱਥੇ ਵੀ ਬੁਲਾਉਣਗੇ ਅਸੀਂ ਉਹਨਾਂ ਵਾਸਤੇ ਹਾਜ਼ਰ ਹਾਂ। ਸੋ ਇੰਨਾ ਕਹਿੰਦਾ ਹੋਇਆ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।